ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਵਧੀ ਬੇਰੁਜ਼ਗਾਰੀ ਨੇ ਦਹਾਕਿਆਂ ਪੁਰਾਣੇ ਰਿਕਾਰਡ ਤੋੜ ਦਿੱਤੇ ਨੇ। ਅਮਰੀਕਾ 'ਚ ਬੇਰੁਜ਼ਗਾਰੀ ਦੀ ਦਰ ਵੱਧ ਕੇ 14.7% ਹੋ ਗਈ ਹੈ। ਸਿਰਫ ਅਪ੍ਰੈਲ ਮਹੀਨੇ ਵਿੱਚ 20.5 ਮਿਲੀਅਨ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਨੇ। ਕੋਰੋਨਾ ਵਾਇਰਸ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 33 ਮਿਲੀਅਨ ਲੋਕ ਵਿਹਲੇ ਹੋ ਕੇ ਘਰਾਂ 'ਚ ਬੈਠ ਗਏ ਨੇ। ਇਹ ਅੰਕੜੇ ਲੇਬਰ ਵਿਭਾਗ ਵੱਲੋਂ ਜਾਰੀ ਕੀਤੇ ਗਏ। ਅਮਰੀਕਾ 'ਚ ਕਈ ਦਹਾਕਿਆਂ ਬਾਅਦ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਵਧੀ ਹੈ ਅਤੇ ਅਰਥ ਵਿਵਸਥਾ ਡਾਵਾਂਡੋਲ ਹੋਈ ਹੈ। ਆਖਰੀ ਵਾਰ 1982 'ਚ ਬੇਰੁਜ਼ਗਾਰੀ ਦੀ ਦਰ 10.4% ਤੱਕ ਪਹੁੰਚ ਗਈ ਸੀ, ਜਦਕਿ ਹੁਣ ਇਹੀ ਦਰ 14% ਨੂੰ ਪਾਰ ਕਰ ਚੁੱਕੀ ਹੈ। ਵਾਈਟ ਹਾਊਸ ਦੇ ਇੱਕ ਬੁਲਾਰੇ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਹ ਦਰ 20% ਤੱਕ ਵੀ ਪਹੁੰਚ ਸਕਦੀ ਹੈ। ਅਮਰੀਕਾ 'ਚ ਵਧੀ ਇਸ ਬੇਰੁਜ਼ਗਾਰੀ ਦੀ ਗਾਜ ਪ੍ਰਵਾਸੀਆਂ ਕਾਮਿਆਂ ਉੱਤੇ ਵੀ ਡਿੱਗ ਸਕਦੀ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀਆਂ ਨੌਕਰੀਆਂ ਖੁੱਸ ਵੀ ਚੁੱਕੀਆਂ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਅਮਰੀਕੀਆਂ ਦੀਆਂ ਨੌਕਰੀਆਂ ਬਚਾਉਣ ਦਾ ਦਾਅਵਾ ਕਰਦਿਆਂ ਫਿਲਹਾਲ ਗ੍ਰੀਨ ਕਾਰਡ ਦੇਣ ਤੋਂ ਕੋਰੀ ਨਾ ਕਰ ਦਿੱਤੀ ਸੀ, ਜਦਕਿ ਟਰੰਪ ਵੱਲੋਂ ਅਮਰੀਕੀ ਲੋਕਾਂ ਨੂੰ ਹੀ ਨੌਕਰੀਆਂ ਦੇਣ ਅਤੇ ਅਮਰੀਕੀ ਉਤਪਾਦਾਂ ਨੂੰ ਹੀ ਖਰੀਦਣ ਦਾ ਨਾਅਰਾ ਵੀ ਦਿੱਤਾ ਗਿਆ ਸੀ। ਟਰੰਪ ਵੱਲੋਂ ਲਗਾਤਾਰ ਅਰਥ ਵਿਵਸਥਾ ਨੂੰ ਖੋਲ੍ਹਣ ਅਤੇ ਲੋਕਡਾਊਨ ਹਟਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਬੰਦ ਪਏ ਕਾਰੋਬਾਰ ਖੁੱਲ੍ਹਣ ਕਾਰਨ ਲੋਕ ਦੁਬਾਰਾ ਕੰਮ ਉੱਤੇ ਜਾ ਸਕਣ। ਪਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਸੂਬਿਆਂ ਦੇ ਗਵਰਨਰਾਂ ਵੱਲੋਂ ਹਾਲੇ ਲੋਕਡਾਊਨ ਖੋਲ੍ਹਣ 'ਚ ਝਿਜਕ ਦਿਖਾਈ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 13 ਲੱਖ ਤੱਕ ਪੁੱਜ ਗਈ, ਜਦਕਿ 77,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਨਿਊ ਜਰਸੀ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਜੰਗ 'ਚ ਭਾਰਤੀ ਮੂਲ ਪਿਓ ਧੀ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕੋਰੋਨਾ ਵਾਇਰਸ ਕਾਰਨ ਸਰਜਨ ਸਤਿੰਦਰ ਦੇਵ ਖੰਨਾ ਅਤੇ ਉਹਨਾਂ ਦੀ ਡਾਕਟਰ ਧੀ ਪ੍ਰਿਆ ਖੰਨਾ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਨਿਊ ਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਨੇ ਡਾਕਟਰ ਪਿਓ ਧੀ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਨਾਂ ਦੂਜਿਆਂ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਹੈ। ਸਥਾਨਕ ਲੋਕਾਂ ਵੱਲੋਂ ਵੀ ਪਿਓ ਧੀ ਵੱਲੋਂ ਕੀਤੀ ਗਈ ਇਸ ਕੁਰਬਾਨੀ ਨੂੰ ਸਿਜਦਾ ਕੀਤਾ ਜਾ ਰਿਹਾ ਹੈ। 78 ਸਾਲਾਂ ਸਤਿੰਦਰ ਦੇਵ ਖੰਨਾ ਨਿਊ ਜਰਸੀ ਦੇ ਹਸਪਤਾਲ 'ਚ ਸਰਜੀਕਲ ਵਿਭਾਗ ਦੇ ਮੁਖੀ ਸਨ, ਜਦਕਿ ਉਹਨਾਂ ਦੀ 43 ਸਾਲਾਂ ਦੀ ਡਾਕਟਰ ਧੀ ਪ੍ਰਿਆ ਯੂਨੀਅਨ ਹਸਪਤਾਲ 'ਚ ਚੀਫ ਆਫ ਰੈਜ਼ੀਡੈਂਟਸ ਸੀ। ਸਤਿੰਦਰ ਦਾ ਦੇਹਾਂਤ ਜਿਸ ਕਲਾਰਾ ਮਾਸ ਮੈਡੀਕਲ ਸੈਂਟਰ 'ਚ ਹੋਇਆ, ਉੱਥੇ ਉਹਨਾਂ ਨੇ 35 ਸਾਲ ਤੋਂ ਜ਼ਿਆਦਾ ਸਮੇਂ ਤੱਕ ਕੰਮ ਕੀਤਾ ਸੀ। ਇਸੇ ਹਸਪਤਾਲ 'ਚ ਪ੍ਰਿਆ ਦੀ ਵੀ ਮੌਤ ਹੋਈ ਹੈ। ਉਹ ਵੀ ਇਸ ਹਸਪਤਾਲ 'ਚ ਕੰਮ ਕਰ ਚੁੱਕੀ ਸੀ। ਪ੍ਰਿਆ ਨੇ ਨਿਊ ਜਰਸੀ ਵਿੱਚ ਹੀ ਆਪਣੀ ਸਾਰੀ ਮੈਡੀਕਲ ਟ੍ਰੇਨਿੰਗ ਕੀਤੀ। ਇਸ ਘਟਨਾ ਉੱਤੇ ਭਾਰਤੀ ਭਾਈਚਾਰੇ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਮਰੀਕਾ 'ਚ ਹੋਰ ਵੀ ਕਈ ਭਾਰਤੀ ਮੂਲ ਦੇ ਡਾਕਟਰ ਕੋਰੋਨਾ ਵਾਇਰਸ ਨਾਲ ਮੂਰਲੀ ਕਤਾਰ 'ਚ ਹੋ ਕੇ ਲੜਾਈ ਲੜ ਰਹੇ ਨੇ। ਇੰਗਲੈਂਡ 'ਚ ਵਸਦੇ ਸਿੱਖ ਭਾਈਚਾਰੇ ਦੀ ਇੱਕ ਮਹੱਤਵਪੂਰਨ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ। ਬੀਤੇ ਕਈ ਸਾਲਾਂ ਤੋਂ ਯੂਕੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਨਗਣਨਾ ਵਾਲੇ ਫਾਰਮ 'ਚ ਵੱਖਰੇ ਖਾਨੇ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਇੰਗਲੈਂਡ 'ਚ ਵਸਦੇ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਹੋ ਸਕੇ ਅਤੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਸਰਕਾਰ ਨੂੰ ਪਾਲਿਸੀਆਂ ਬਣਾਉਣ 'ਚ ਮਦਦ ਮਿਲ ਸਕੇ। ਪਰ ਫਿਲਹਾਲ ਸਿੱਖਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਬਰਤਾਨੀਆ ਦੀ ਸੰਸਦ ਵਿੱਚ ਸਿੱਖਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਦਿਆਂ ਜਨਗਣਨਾ 2021 ਲਈ ਤਿਆਰ ਕੀਤੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਖਰੜੇ ਵਿੱਚ ਮੁੜ ਸਿੱਖਾਂ ਨੂੰ ਐਥਨਿਕ ਤੌਰ ਉੱਤੇ ਨਹੀਂ ਮੰਨਿਆ ਗਿਆ ਤੇ ਨਾ ਹੀ ਸਿੱਖਾਂ ਦੀ ਗਿਣਤੀ ਲਾਜ਼ਮੀ ਕੀਤੀ ਗਈ ਹੈ। ਸਿੱਖਾਂ ਨੂੰ ਧਰਮ ਵਾਲੇ ਖਾਨੇ ਵਿੱਚ ਹੀ ਪਹਿਲਾਂ ਵਾਂਗ ਰਹਿਣ ਦਿੱਤਾ ਗਿਆ ਹੈ, ਜਿਸ ਨੂੰ ਭਰਨਾ ਲਾਜ਼ਮੀ ਨਹੀਂ ਹੋਵੇਗਾ। ਬਰਤਾਨੀਆ ਦੀ ਸੰਸਦ ਵਿੱਚ ਹੋਈ ਬਹਿਸ 'ਚ ਸਾਬਕਾ ਕੇਂਦਰੀ ਮੰਤਰੀ ਜੋਹਨ ਸਪਿਲਰ ਨੇ ਸਿੱਖਾਂ ਦੇ ਵੱਖਰੇ ਖਾਨੇ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਦਹਾਕਿਆਂ ਤੋਂ ਨਹੀਂ ਬਲਕਿ 2 ਸਦੀਆਂ ਤੋਂ ਇਸ ਦੇਸ਼ ਲਈ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ, ਜੋ ਫੌਜ ਵਿੱਚ, ਪੇਸ਼ੇਵਰ ਕਿੱਤਿਆਂ 'ਚ ਅਤੇ ਸਮਾਜ ਲਈ ਸੇਵਾ ਕਰ ਰਹੇ ਨੇ। ਉਹਨਾਂ ਵਿਸ਼ਵ ਜੰਗ 'ਚ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਵੀ ਯਾਦ ਕਰਵਾਇਆ। ਮੀਡੀਆ, ਮੈਡੀਸਨ ਆਦਿ ਖੇਤਰਾਂ 'ਚ ਵੀ ਸਿੱਖ ਮੋਹਰੀ ਰਹੇ ਨੇ ਅਤੇ ਡਾਕਟਰ ਮਨਜੀਤ ਸਿੰਘ ਦੀ ਡਰਬੀ ਦੇ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ 2011 ਮਰਦਮਸ਼ੁਮਾਰੀ ਮੌਕੇ 83,000 ਸਿੱਖਾਂ ਨੇ ਐਥਨਿਕ ਖਾਨੇ 'ਚ ਖੁਦ ਨੂੰ ਵੱਖਰੇ ਖਾਨੇ 'ਚ ਸਿੱਖ ਲਿਖਿਆ ਸੀ। ਉਹਨਾਂ ਕਿਹਾ ਕਿ ਨਸਲੀ ਅਪਰਾਧਾਂ, ਸਿੱਖਿਆ ਅਤੇ ਹੋਰ ਖੇਤਰਾਂ 'ਚ ਸਾਬਕਾ ਪ੍ਰਧਾਨ ਮੰਤਰੀ ਨੇ ਅੰਕੜੇ ਇਕੱਠੇ ਕਰਨ ਦੀ ਗੱਲ ਕਹੀ ਸੀ, ਪਰ ਅਫਸੋਸ ਕਿ ਇਸ ਵਿੱਚ ਵੀ ਸਿੱਖਾਂ ਦਾ ਕੋਈ ਅੰਕੜਾ ਇਕੱਤਰ ਨਹੀਂ ਕੀਤਾ ਗਿਆ।
ਉਹਨਾਂ ਕੋਵਿਡ-19 ਦੀ ਗੱਲ ਕਰਦਿਆਂ ਕਿਹਾ ਕਿ ਹੁਣ ਵੀ ਸਰਕਾਰ ਕੋਲ ਕੋਈ ਅੰਕੜਾ ਨਹੀਂ ਕਿ ਕਿੰਨੇ ਸਿੱਖ ਕਰੋਨਾ ਤੋਂ ਪੀੜਤ ਨੇ ਜਾਂ ਕਿੰਨੇ ਸਿੱਖਾਂ ਦੀ ਕਰੋਨਾ ਕਾਰਨ ਮੌਤ ਹੋਈ ਹੈ, ਕਿੰਨੇ ਮੂਰਲੀ ਕਤਾਰ ਦੇ ਸਿੱਖ ਸਿਹਤ ਕਰਮੀਆਂ ਦੀ ਮੌਤ ਹੋਈ। ਇਸ ਲਈ ਸਿੱਖਾਂ ਦੀ ਕੋਈ ਗਿਣਤੀ ਨਹੀਂ ਹੈ। ਇਸ ਤੋਂ ਇਲਾਵਾ ਕੁਝ ਹੋਰ ਮੈਂਬਰ ਪਾਰਲੀਮੈਂਟ ਵੀ ਸਿੱਖਾਂ ਦੀ ਹਮਾਇਤ 'ਚ ਬੋਲੇ ਨੇ, ਪਰ ਅਖੀਰ 'ਚ ਇਸ ਬਿੱਲ ਨੂੰ ਬਿਨਾਂ ਵੋਟਾਂ ਪਵਾਏ ਹੀ ਪਾਸ ਕਰ ਦਿੱਤਾ ਗਿਆ। ਇਸ ਮੰਗ ਬਾਰੇ ਲਗਾਤਾਰ ਸੰਘਰਸ਼ ਕਰ ਰਹੇ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਹੁਣ ਉਹਨਾਂ ਕੋਲ ਅਦਾਲਤ ਜਾਣ ਤੋਂ ਸਿਵਾਏ ਕੋਈ ਹੋਰ ਰਾਹ ਨਹੀਂ ਬਚਿਆ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਦਰਜ ਕੀਤੇ ਗਏ ਪਰਚੇ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਗਰਮੀ ਆ ਸਕਦੀ ਹੈ। ਸੈਣੀ ਵੱਲੋਂ ਮੋਹਾਲੀ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਪਾਈ ਗਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਪਰ ਇਸ ਮੌਕੇ ਸੈਣੀ ਦਾ ਪੱਖ ਰੱਖਣ ਵਾਲੇ ਵਕੀਲਾਂ ਕਾਰਨ ਪੰਜਾਬ ਦੀ ਸਿਆਸਤ 'ਚ ਹਲਚਲ ਹੋ ਸਕਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮੋਹਾਲੀ ਦੀ ਅਦਾਲਤ 'ਚ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਫਰਿਆਦ ਲੈ ਕੇ ਐਡਵੋਕੇਟ ਸਤਨਾਮ ਸਿੰਘ ਕਲੇਰ ਅਤੇ ਉਹਨਾਂ ਦੇ ਪੁੱਤਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹਾਜ਼ਰ ਹੋਏ ਸਨ, ਜਿਨ੍ਹਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਐਡਵੋਕੇਟ ਸਤਨਾਮ ਸਿੰਘ ਕਲੇਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੇ। 2016 'ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ। ਇਸੇ ਨਾਲ ਹੀ ਅਰਸ਼ਦੀਪ ਸਿੰਘ ਕਲੇਰ ਵੀ ਅਕਾਲੀ ਦਲ ਨਾਲ ਜੁੜੇ ਹੋਏ ਨੇ। ਐਡਵੋਕੇਟ ਅਰਸ਼ਦੀਪ ਸਿੰਘ ਜਿੱਥੇ ਅਕਾਲੀ ਦਲ ਦੇ ਬੁਲਾਰੇ ਨੇ, ਉੱਥੇ ਹੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਅਹਿਮ ਮੈਂਬਰ ਵੀ ਮੰਨੇ ਜਾਂਦੇ ਨੇ। ਇਸ ਖਬਰ ਦਾ ਪਤਾ ਲੱਗਦਿਆਂ ਹੀ ਸੋਸ਼ਲ ਮੀਡੀਆ ਅਤੇ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਸਤਨਾਮ ਸਿੰਘ ਕਲੇਰ ਨੇ ਹੁਣ ਸੁਮੇਧ ਸੈਣੀ ਦਾ ਕੇਸ ਲੜਨ ਤੋਂ ਪੈਰ ਪਿੱਛੇ ਖਿੱਚ ਲਏ ਨੇ। ਸਤਨਾਮ ਸਿੰਘ ਨੇ ਕਿਹਾ ਹੈ ਕਿ ਇੱਕ ਵਕੀਲ ਹੋਣ ਦੇ ਨਾਤੇ ਸੈਣੀ ਉਹਨਾਂ ਕੋਲ ਆਏ ਸਨ ਅਤੇ ਇਸ ਲਈ ਉਹ ਸੈਣੀ ਦਾ ਕੇਸ ਲੜਨ ਲਈ ਤਿਆਰ ਹੋ ਗਏ ਸਨ। ਐਡਵੋਕੇਟ ਸਤਨਾਮ ਸਿੰਘ ਨੇ ਕਿਹਾ ਕਿ ਮੇਰੇ ਪਹਿਲੇ ਫੈਸਲੇ ਕਾਰਨ ਜੇਕਰ ਕਿਸੇ ਨੂੰ ਠੇਸ ਪੁੱਜੀ ਤਾਂ ਉਹ ਇਸ ਲਈ ਮਾਫੀ ਮੰਗਦੇ ਨੇ। ਮੋਹਾਲੀ ਅਦਾਲਤ ਵਿੱਚ ਮੇਰੇ ਪੇਸ਼ ਹੋਣ ਤੇ ਬਹੁਤ ਸਾਰੇ ਆਦਮੀਆਂ ਨੇ ਸੋਸ਼ਲ ਮੀਡੀਆ ਤੇ ਉਸ ਦਾ ਇਤਰਾਜ਼ ਕੀਤਾ ਹੈ। ਮੈਂ ਉਹ ਕੇਸ ਸਿਰਫ ਪ੍ਰੋਫੈਸ਼ਨਲ ਹੋਣ ਦੇ ਨਾਤੇ ਲਿਆ ਸੀ, ਪਰ ਜਦੋਂ ਮੈਂ ਵੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਹ ਫੈਸਲਾ ਲਿਆ ਹੈ ਕਿ ਮੈਂ ਆਪਣੇ ਆਪ ਨੂੰ ਉਸ ਕੇਸ ਤੋਂ ਵੱਖ ਕਰਦਾ ਹਾਂ ਅਤੇ ਮੈਂ ਉਸ ਕੇਸ ਦੇ ਕਾਗਜ਼ ਤੱਕ ਵੀ ਪਾਰਟੀ ਨੂੰ ਵਾਪਸ ਕਰ ਦਿੱਤੇ ਹਨ ਅਤੇ ਮੈਂ ਕੱਲ ਤੋਂ ਉਸ ਕੇਸ ਵਿੱਚ ਪੇਸ਼ ਨਹੀਂ ਹੋਵਾਂਗਾ। ਅੰਤ ਵਿੱਚ ਜੇ ਮੇਰੇ ਉਸ ਕੇਸ ਵਿੱਚ ਪੇਸ਼ ਹੋਣ ਤੇ ਕਿਸੇ ਇਨਸਾਨ ਨੂੰ ਜਾਂ ਕਿਸੇ ਸਿੱਖ ਨੂੰ ਜਾਂ ਕਿਸੇ ਜਥੇਬੰਦੀ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਦੀ ਮਾਫੀ ਮੰਗਦਾ ਹਾਂ। ਸੁਮੇਧ ਸੈਣੀ ਨੂੰ ਲੈ ਕੇ ਅਕਾਲੀ ਦਲ ਦੀ ਪਹਿਲਾਂ ਵੀ ਆਲੋਚਨਾ ਹੁੰਦੀ ਰਹੀ ਹੈ। 1996 ਦੀਆਂ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਮੈਨੀਫੈਸਟੋ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਾਅਦਾ ਕੀਤਾ ਸੀ ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਦੀ ਜਾਂਚ ਕਰਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸੇ ਦੌਰਾਨ ਸੁਮੇਧ ਸੈਣੀ ਉੱਤੇ ਵੀ ਕਈ ਝੂਠੇ ਮੁਕਾਬਲੇ ਬਣਾਉਣ ਦੇ ਦੋਸ਼ ਲੱਗਦੇ ਰਹੇ, ਜਿਸ ਦਾ ਖੁਲਾਸਾ ਸੈਣੀ ਨਾਲ ਕੰਮ ਕਰ ਚੁੱਕੇ ਕਈ ਮੁਲਾਜ਼ਮ ਵੀ ਕਰ ਚੁੱਕੇ ਨੇ। ਪਰ ਅਕਾਲੀ ਦਲ ਦੀ ਸਰਕਾਰ 'ਚ ਸੁਮੇਧ ਸੈਣੀ ਡੀਜੀਪੀ ਦੇ ਅਹੁਦੇ ਤੇ ਬਰਕਰਾਰ ਰਹੇ ਅਤੇ ਬਹਿਬਲ ਕਲਾਂ ਗੋਲੀकांड ਸਮੇਂ ਵੀ ਸੁਮੇਧ ਸੈਣੀ ਹੀ ਪੰਜਾਬ ਦੇ ਡੀਜੀਪੀ ਸਨ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।